ਫੋਰਨ ਟ੍ਰੇਨਡ ਡਾਕਟਰਸ ਕਹਿ ਲਓ, ਫੋਰਨ ਟ੍ਰੇਨਡ ਨਰਸਿਸ ਕਹਿ ਲਓ, ਉਹਦੇ ਬਾਰੇ ਤੁਹਾਡਾ ਕੀ ਹੈ? ਜੋ ਮੈਡੀਕਲ ਕਾਉਂਸਲ ਆਫ ਕੈਨੇਡਾ ਦੀ ਜਿਹੜੀ ਰਿਕੁਆਇਰਮੈਂਟ ਇੱਕ ਬੇਸਿਕ ਉਹ ਪਾਸ ਹੈ। ਫਿਰ ਉਹ ਘਰ ਬੈਠੇ ਨੇ, ਘਰ ਤਾਂ ਬੈਠੇ ਨੇ ਕਿ ਜਿਹੜੀ ਇੰਟਰਨਸ਼ਿਪ ਦੀਆਂ ਪੋਜੀਸ਼ਨਸ ਨੇ ਬੜੀਆਂ ਘੱਟ ਨੇ, ਫੈਮਿਲੀ ਪ੍ਰੈਕਟਿਸ ਦੇ ਵਿੱਚ ਪੋਜੀਸ਼ਨਸ ਬੜੀਆਂ ਘੱਟ ਨੇ। ਵਾਈ ਨਾਟ ਇਨ ਮੈਡੀਕਲ ਪ੍ਰੈਕਟਿਸਿਸ ਲਾਈਕ ਯੂਅਰਸ, ਯੂ ਸੈਡ ਯੂ ਮੈਂਟਰ ਦੈਮ, ਬਈ ਉੱਥੇ ਐਜ਼ ਏ ਜੂਨੀਅਰ ਪ੍ਰੈਕਟੀਸ਼ਨਰ ਸ਼ੁਰੂ ਕਰਕੇ ਤੇ ਹੌਲੀ ਹੌਲੀ, ਕਿਉਂਕਿ ਇੰਟਰਨਸ਼ਿਪ ਦੀਆਂ ਤੁਸੀਂ ਕਿਹਾ ਕਿ ਸੀਟਾਂ ਬਹੁਤ ਲਿਮਿਟਡ। ਡਜ਼ਨਟ ਮੈਟਰ ਵੀ ਕਿੰਨੇ ਵੀ ਸਿਸਟਮ ਨੂੰ ਸਮਝ ਲੈਣ, ਜੇ ਅੱਗੇ ਰਸਤਾ ਹੀ ਨਹੀਂ ਹੈਗਾ, ਤੁਹਾਡੇ ਕੋਲ ਦਰਵਾਜ਼ਾ ਬੜਾ ਵੱਡਾ ਲਾਇਆ, ਉਹਨਾਂ ਨੂੰ ਪੋਜੀਸ਼ਨ ਨਹੀਂ ਮਿਲੀ ਤਾਂ ਉਹਨਾਂ ਨੂੰ ਪ੍ਰੈਕਟਿਸ ਨਹੀਂ ਕਰ ਸਕਦੇ। ਮੈਂ ਤੁਹਾਨੂੰ ਲੋਕਲ ਐਮਐਲਏ ਜਗਰੂ ਬਰਾੜ ਨਾਲ ਵੀ ਗੱਲ ਕੀਤੀ ਸੀ ਵੀ ਇਸ ਚੀਜ਼ ਨੂੰ ਸੋਲਵ ਕਿਉਂ ਨਹੀਂ ਕਰਦੇ ਆਪਾਂ। ਆਈ ਹੈਵ ਅ ਪਰਸਨਲ ਐਕਸਪੀਰੀਅੰਸ ਕਿ ਜਿੱਥੇ ਮੈਂ ਦੇਖਿਆ 2 ਗ੍ਰੈਜੂਏਟ ਜਿਹੜੇ ਸਾਡੇ ਕੋਲੋਂ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟ ਆਏ ਸੀ, ਉਹ ਵਾਪਸ ਚਲੇ ਗਏ ਯੂਕੇ ਬਿਕਾਜ਼ ਉਹਨਾਂ ਨੂੰ ਇੰਟਰਨਸ਼ਿਪ ਤੇ ਉਹਨਾਂ ਨੂੰ ਪੋਜੀਸ਼ਨ ਉੱਥੇ ਮਿਲ ਗਈ। ਮੇਰੇ ਕੋਲ ਹੰਡਰਡਸ ਆਫ ਐਗਜ਼ਾਮਪਲਸ ਨੇ BC ਦੇ ਵਿੱਚ ਇਸ ਟਾਈਮ ਦੇ ਲੋਕਾਂ ਦੇ ਬੱਚੇ ਬੈਠੇ ਨੇ ਘਰ। ਸਤਿ ਸ਼੍ਰੀ ਅਕਾਲ। ਅੱਜ ਤੁਹਾਡੇ ਸਾਹਮਣੇ ਖਾਸ ਮੁਲਾਕਾਤ ਦੇ ਵਿੱਚ ਐਜ਼ ਏ ਸਪੈਸ਼ਲ ਐਡੀਸ਼ਨ ਅਸੀਂ ਗੱਲਬਾਤ ਕਰਾਂਗੇ ਜਿਹੜੀ ਕਿ ਆਪਣੇ ਡਾਕਟਰਸ ਦੀ ਸ਼ੋਰਟੇਜ ਹੈ, ਨਰਸਿਸ ਦੀ ਸ਼ੋਰਟੇਜ ਹੈ, ਹੈਲਥ ਕੇਅਰ ਵਰਕਰਸ ਦੀ ਸ਼ੋਰਟੇਜ ਹੈ, ਤੇ ਜਿਹੜਾ ਪ੍ਰੈਸ਼ਰ ਆਪਣੇ ਹੈਲਥ ਕੇਅਰ ਸਿਸਟਮ 'ਚ ਪੈ ਰਿਹਾ ਆ, ਤੇ ਜਿਹੜੀ ਉੱਥੇ ਵੇਟਿੰਗ ਪੀਰੀਅਡਸ ਹੈਗੇ ਆ ਬਿਕਾਜ਼ ਆਫ ਓਮਿਕਰੋਨ ਐਂਡ ਫॉर ਅਦਰ ਰੀਜ਼ਨਸ, ਜਿਹੜਾ ਆਪਣਾ ਸਿਸਟਮ ਕੈਨੇਡਾ ਵਾਈਡ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਇੰਨਾ ਬੈਕਡ ਅਪ ਹੋਇਆ ਹੈ। ਤੇ ਉਸ ਲਈ ਗੱਲਬਾਤ ਕਰਨ ਲਈ ਮੇਰੇ ਤੋਂ ਹੋਰ ਕੋਈ ਵਧੀਆ ਪਰਸਨ ਨਹੀਂ ਮਿਲ ਸਕਦਾ। ਡਾਕਟਰ ਗੁਲਜ਼ਾਰ ਚੀਮਾ, ਜਿਨ੍ਹਾਂ ਨੂੰ ਕੋਈ ਲੰਮੀ ਚੌੜੀ ਇੰਟਰੋਡਕਸ਼ਨ ਦੀ ਲੋੜ ਨਹੀਂ। ਡਾਕਟਰ ਚੀਮਾ politically, he was a politician, MLA in 2 provinces, first Indian born Sikh MLA, and ਮੈਨੀਟੋਬਾ ਤੋਂ ਜਰਨੀ ਸ਼ੁਰੂ ਕਰਕੇ ਬ੍ਰਿਟਿਸ਼ ਕੋਲੰਬੀਆ 'ਚ ਆਏ, ਇੱਥੇ ਵੀ MLA ਰਹੇ, ਮਿਨਿਸਟਰ ਵੀ ਰਹੇ, ਬਾਕੀ ਫੈਡਰਲ ਲੈਵਲ ਤੇ, ਪ੍ਰੋਵਿੰਸ਼ੀਅਲ ਲੈਵਲ ਤੇ, ਮਿਊਨਿਸਪਲ ਲੈਵਲ ਤੇ। ਪੁੱਟ ਇਟ ਦਿਸ ਵੇ, ਹੀ ਇਜ਼ ਮੋਰ ਅ ਕਮਿਊਨਿਟੀ ਐਕਟਿਵਿਸਟ। ਕਮਿਊਨਿਟੀ ਦਾ ਭਲਾ ਕਿਵੇਂ ਕਰ ਸਕਦੇ ਆ, ਉਹ ਫੇਸ ਹੈ ਡਾਕਟਰ ਗੁਲਜ਼ਾਰ ਚੀਮਾ। ਡਾਕਟਰ ਸਾਹਿਬ, ਵੈਲਕਮ ਟੂ CJ ਸਿੱਧੂ ਸ਼ੋ। ਹਾਂਜੀ, ਸਭ ਤੋਂ ਪਹਿਲਾਂ CJ ਤੁਹਾਨੂੰ ਤੇ ਤੁਹਾਡੇ ਸਾਰੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੁੱਡ ਡੇ ਸਾਰਿਆਂ ਨੂੰ ਜਿੱਥੇ ਵੀ ਪ੍ਰੋਗਰਾਮ ਵਾਚ ਕਰਦੇ ਪਏ ਨੇ, ਕਿਉਂਕਿ ਆ ਜਿਹੜਾ ਪ੍ਰੋਗਰਾਮ ਹੈ ਨਾ ਬੜਾ ਟਾਈਮਲੀ ਹੈ ਕਿ ਇਹਨੂੰ ਮੈਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਗੱਲ ਕੀਤੀ ਵੀ ਆਪਾਂ ਇਹਨੂੰ ਪੋਲੀਟੀਕਲ ਰੰਗ ਨਹੀਂ ਦੇਣਾ, ਕਿਉਂਕਿ ਇਹ ਕਿਸੇ ਵੀ ਇੱਕ ਪੋਲੀਟੀਕਲ ਪਾਰਟੀ ਦਾ ਇਸ਼ੂ ਨਹੀਂ ਹੈਗਾ। ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਬੜੀ ਕਲੀਅਰਲੀ ਕਿ ਆ ਜਿਹੜਾ ਇਸ਼ੂ ਹੈ ਡਾਕਟਰ ਦੀ ਸ਼ਾਰਟੇਜ ਦਾ, ਪਹਿਲੀ ਵਾਰੀ ਨਹੀਂ ਆਇਆ ਤੇ ਨਾ ਇਹ ਲਾਸਟ ਟਾਈਮ ਆਇਆ। ਜਿਉਂ-ਜਿਉਂ ਕੈਨੇਡਾ ਵਿੱਚ ਪਾਪੂਲੇਸ਼ਨ ਵੱਧਦੀ ਹੈ, ਚੇਂਜਸ ਆਉਂਦੀਆਂ ਨੇ, ਡਾਕਟਰ ਦੀ ਸ਼ਾਰਟੇਜ ਆਉਂਦੀ ਹੈ। ਪਰ ਜਿਹੜਾ COVID-19 ਦੇ ਟਾਈਮ ਦੇ ਵਿੱਚ ਜ਼ਿਆਦਾ ਸਟ੍ਰੈਸ ਆ ਗਿਆ। ਪਰ ਲੈਟਸ ਡਿਵਾਈਡ ਦਿਸ ਇਨਟੂ 2 or 3 ਪਾਰਟਸ। ਪਹਿਲੀ ਗੱਲ ਤੇ ਆ ਵੀ ਗੱਲ ਕਰੀਏ ਵੀ ਜਿਹੜੀ ਡਾਕਟਰ ਦੀ ਸ਼ਾਰਟੇਜ ਤੇ ਨਰਸਿਸ ਦੀ ਜਾਂ ਬਾਕੀ ਹੈਲਥ ਕੇਅਰ ਪ੍ਰੋਫੈਸ਼ਨਲਸ ਦੀ, ਉਹ ਜਿਹੜਾ ਬੜਾ ਟ੍ਰੈਂਡ ਪਿਛਲੇ 2 ਸਾਲਾਂ 'ਚ ਵੱਧ ਗਿਆ, ਕਿਉਂਕਿ ਸਟ੍ਰੈਸ ਲੈਵਲ ਵੱਧ ਗਿਆ, ਲੋਕਾਂ ਨੂੰ ਕੰਮ ਜ਼ਿਆਦਾ ਕਰਨਾ ਪਿਆ, ਅਡਾਪਟ ਕਰਨਾ ਪਿਆ, ਨਿਊ ਮੈਥਡ ਵਰਚੁਅਲ ਹੈਲਥ ਆ ਗਈ। ਪਹਿਲਾਂ ਇੱਕ ਜ਼ਮਾਨਾ ਸੀ ਵੀ ਕਹਿੰਦੇ ਤੁਹਾਨੂੰ ਫਿਜ਼ੀਕਲ ਦੇਖੋ, ਹੁਣ ਕਹਿੰਦੇ ਨੇ ਫਿਜ਼ੀਕਲ ਨਹੀਂ ਦੇਖ ਸਕਦੇ, ਵਰਚੁਅਲ ਦੇਖ ਲਓ, ਸੋ ਔਨਲਾਈਨ ਗੱਲਬਾਤ ਕਰ ਲਓ। ਸੋ ਚੇਂਜਸ ਆਈਆਂ, ਸਾਰੇ ਡਾਕਟਰ ਨੂੰ ਐਡਜਸਟ ਕਰਨਾ ਪਿਆ ਟਾਈਮ ਟੂ ਟਾਈਮ। ਮੇਰੀ ਏਜ ਵਰਗੇ ਡਾਕਟਰਾਂ ਨੂੰ ਵੀ ਸਾਰਾ ਕੰਮ ਕਰਨਾ ਪਿਆ, ਆਪਣੇ ਆਪ ਸਾਰਾ ਸਿੱਖਣਾ ਪਿਆ ਕਿ ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਅੱਗੇ ਖੜਨਾ। ਪਿਛਲੇ 2 ਸਾਲਾਂ ਵਿੱਚ ਜਿਹੜੇ ਡਾਕਟਰ ਰਿਟਾਇਰ ਹੋਏ ਸੀ ਉਹਨਾਂ ਨੂੰ ਵੀ ਬੁਲਾ ਕੇ ਉਹਨਾਂ ਨੇ ਕਿਹਾ ਵੀ ਹੈਲਪ ਕਰੋ। ਸੋ ਪ੍ਰੋਫੈਸ਼ਨਲ ਤੌਰ 'ਤੇ ਜਿਹੜੇ ਫਿਜ਼ੀਸ਼ੀਅਨਸ ਨੇ ਕਾਫੀ ਅੱਗੇ ਹੋ ਕੇ ਐਕਟਿਵ ਹੋਏ ਨੇ, ਸਾਰੇ ਇਕੱਲੇ BC ਵਿੱਚ ਨਹੀਂ, ਕੈਨੇਡਾ ਵਿੱਚ ਹੀ। ਪਰ BC ਦੀ ਮੈਂ ਗੱਲ ਅੱਜ ਕਰਾਂਗਾ ਜ਼ਰੂਰੀ। ਡਾਕਟਰ ਸ਼ਾਰਟੇਜ ਦੀ ਗੱਲ ਜਿਹੜੀ ਹੈ ਨਾ, ਇਸ ਟਾਪਿਕ 'ਤੇ ਮੈਂ ਤੁਹਾਨੂੰ ਮੇਰੇ ਫਿੰਗਰ ਟਿਪਸ 'ਤੇ ਵੀ ਇਹ ਜਿਹੜਾ ਇਸ਼ੂ ਹੈ ਇਹ ਬੜੀ ਦੇਰ ਦਾ, ਕਦੀ ਜਦੋਂ ਮੁਸ਼ਕਿਲ ਆਉਂਦੀ ਹੈ ਥੋੜ੍ਹੀ ਜਿਹੀ ਬਾਹਰ ਆਉਂਦਾ, ਫਿਰ ਇਹ ਠੱਪ ਜਾਂਦਾ, ਫਿਰ ਕੋਈ ਵੱਡੀ ਕਹਾਣੀ ਆਉਂਦੀ ਹੈ ਫਿਰ ਉੱਭਰ ਕੇ ਆ ਜਾਂਦਾ, ਪਰ ਹਰ ਇਲੈਕਸ਼ਨ 'ਤੇ ਇਸ਼ੂ ਬਣਦਾ ਤੇ ਫਿਰ ਇਹ ਠੰਡਾ ਪੈ ਜਾਂਦਾ। ਸੋ ਮੈਨੂੰ ਡਾਕਟਰ ਸਾਹਿਬ ਜਿਵੇਂ ਯਾਦ ਹੈ ਕਿ ਆਪਣੇ ਜਿਹੜੇ ਫੋਰਨ ਕ੍ਰੈਡੈਂਸ਼ੀਅਲ ਦਾ ਜਿਹੜਾ ਇਸ਼ੂ ਹੈ ਬਹੁਤ ਸਾਲਾਂ ਤੋਂ, ਪੌਲ ਮਾਰਟਨ ਜਦੋਂ ਪ੍ਰਾਈਮ ਮਿਨਿਸਟਰ ਸੀ, ਮੈਨੂੰ ਯਾਦ ਆ ਉਦੋਂ ਤੋਂ ਇਹ ਮੁੱਦਾ ਸ਼ੁਰੂ ਕੀਤਾ। ਫਿਰ ਗੌਰਮੈਂਟਾਂ, ਸਰਕਾਰਾਂ ਚੇਂਜ ਹੁੰਦੀਆਂ, ਜਿਵੇਂ ਤੁਸੀਂ ਕਿਹਾ ਹੈ ਇਹ ਮੁੱਦਾ ਆਲਵੇਜ ਹੀ ਸੀਗਾ। ਸੋ ਫੋਰਨ ਟ੍ਰੇਨਡ ਡਾਕਟਰਸ ਕਹਿ ਲਓ, ਫੋਰਨ ਟ੍ਰੇਨਡ ਨਰਸਿਸ ਕਹਿ ਲਓ, ਉਹਦੇ ਬਾਰੇ ਤੁਹਾਡਾ ਕੀ ਖਿਆਲ? ਦੇਖੋ, ਉਹ ਸਾਰੇ ਜਿਹੜੇ ਕ੍ਰੈਡੈਂਸ਼ੀਅਲ ਦਾ ਪ੍ਰੋਗਰਾਮ ਹੈ ਟਾਈਮ ਟੂ ਟਾਈਮ ਹਰ ਗਵਰਨਮੈਂਟ ਨੇ ਇੰਪਰੂਵ ਕੀਤਾ ਤੇ ਫੈਡਰਲ ਗਵਰਨਮੈਂਟ ਨੇ ਵੀ ਇਸ 'ਤੇ ਬਹੁਤ ਕੰਮ ਕੀਤਾ। ਸੋ ਉਹ ਜਿਹੜਾ ਇਸ਼ੂ ਨਹੀਂ ਹੈਗਾ ਇਸ ਟਾਈਮ ਦੇ ਵਿੱਚ। ਆਲਰੇਡੀ ਜਿਹੜੇ ਮੈਂ ਗੱਲ ਉਹਨਾਂ ਦੀ ਕਰਨੀ ਹੈ ਜਿਹੜੇ ਫੋਰਨ ਡਾਕਟਰਸ ਨੇ, ਨਾਟ ਕਿ ਜਿਹੜੇ
ਜਿਹੜੇ ਬਾਹਰ ਪੈਦਾ ਹੋਏ ਨੇ, ਜਿਹੜੇ ਇੱਥੋਂ ਵੀ ਲੋਕਾਂ ਦੇ ਬੱਚੇ ਪੈਦਾ ਹੋ ਕੇ ਜਿਨ੍ਹਾਂ ਨੇ ਡਿਗਰੀਜ਼ ਬਾਹਰ ਕੀਤੀਆਂ, ਕਿਉਂਕਿ ਇੱਥੇ UBC ਜਾਣਾ ਕਈ ਵਾਰੀ ਮੁਸ਼ਕਲ ਹੁੰਦਾ, ਸੀਟਾਂ ਘੱਟ ਹੋਣ ਕਰਕੇ ਬਾਹਰ ਜਾਣਾ ਪੈਂਦਾ। ਕਈ ਲੋਕੀ ਕੈਰੇਬੀਅਨ ਕੰਟਰੀਜ਼ ਆਪਣੇ ਬੱਚਿਆਂ ਨੂੰ ਭੇਜਦੇ ਨੇ, UK, ਆਸਟ੍ਰੇਲੀਆ, ਆਇਰਲੈਂਡ, ਇੰਡੀਆ, ਪਾਕਿਸਤਾਨ, ਯੂਰਪ ਦੇ ਵਿੱਚ ਕਾਫੀ ਬੱਚੇ ਪੜ੍ਹਨ ਜਾਂਦੇ ਨੇ। ਗੱਲ ਹੁੰਦੀ ਹੈ ਜਦੋਂ ਪੜ੍ਹ ਕੇ ਵਾਪਸ ਆ ਗਏ, ਹਰ ਇੱਕ ਪੇਰੈਂਟ ਨੇ ਕਿ ਕਈ ਅਫੋਰਡ ਕਰ ਸਕਦੇ ਕਿ ਨਹੀਂ, ਕਈਆਂ ਨੇ ਆਪ ਪੈਸੇ ਕੀਤੇ ਹੁੰਦੇ ਨੇ ਪੇ, ਕਈਆਂ ਨੇ ਫੈਮਲੀਜ਼ ਤੋਂ ਬਾਹਰੋਂ ਕੀਤੇ ਨੇ, ਕਿਸੇ ਬੈਂਕ ਤੋਂ ਕੀਤੇ ਨੇ, ਕਿਸੇ ਨੇ ਸੈਕੰਡ ਮਾਰਗੇਜ ਲੈ ਕੇ ਉਹ ਬੱਚੇ ਪੜ੍ਹਾਏ ਨੇ। ਉਹ ਪੜ੍ਹ ਕੇ ਜਦੋਂ ਵਾਪਸ ਆਉਂਦੇ ਨੇ, ਮੈਂ ਡਾਕਟਰਾਂ ਦੀ ਅੱਜ ਗੱਲ ਕਰਾਂਗਾ, ਬਾਕੀ ਨਹੀਂ ਸਿਰਫ ਫਿਜ਼ੀਸ਼ੀਅਨ ਦੀ ਗੱਲ ਕਰਨੀ ਹੈ ਕਿ ਜਦੋਂ ਆ ਕੇ ਇੱਥੇ ਉਹ ਸਾਰੇ ਉਹਨਾਂ ਨੇ ਐਗਜ਼ਾਮ ਪਾਸ ਕਰ ਲਿਆ, ਜੋ ਮੈਡੀਕਲ ਕਾਉਂਸਲ ਆਫ ਕੈਨੇਡਾ ਦੀ ਜਿਹੜੀ ਰਿਕੁਆਇਰਮੈਂਟ ਇੱਕ ਬੇਸਿਕ ਉਹ ਪਾਸ ਹੈ। ਫਿਰ ਉਹ ਘਰ ਬੈਠੇ ਨੇ, ਘਰ ਤਾਂ ਬੈਠੇ ਨੇ ਕਿ ਜਿਹੜੀ ਇੰਟਰਨਸ਼ਿਪ ਦੀਆਂ ਪੋਜੀਸ਼ਨਸ ਨੇ ਬੜੀਆਂ ਘੱਟ ਨੇ, ਫੈਮਿਲੀ ਪ੍ਰੈਕਟਿਸ ਦੇ ਵਿੱਚ ਪੋਜੀਸ਼ਨਸ ਬੜੀਆਂ ਘੱਟ ਨੇ, ਖਾਸ ਕਰਕੇ ਜਦੋਂ ਨੈਸ਼ਨਲ ਮੈਚਿੰਗ ਪ੍ਰੋਗਰਾਮ ਹੁੰਦਾ, ਜਿਹੜੇ ਲੋਕਲ ਗ੍ਰੈਜੂਏਟਸ ਨੇ ਉਹਨਾਂ ਨੂੰ ਪ੍ਰੈਫਰੈਂਸ ਮਿਲਦੀ ਹੈ, ਜਿਹੜੇ ਬਾਹਰੋਂ ਆਉਂਦੇ ਨੇ ਗ੍ਰੈਜੂਏਟਸ ਉਹਨਾਂ ਨੂੰ ਨੰਬਰ ਨਹੀਂ ਆਉਂਦਾ। ਸੋ ਵੇਟ ਕਰਦੇ ਰਹਿੰਦੇ ਨੇ। ਡਿਫਰੈਂਟ ਪ੍ਰੋਵਿੰਸ ਦੇ ਵਿੱਚ ਡਿਫਰੈਂਟ ਇਹਦੇ ਤਰੀਕੇ ਨਾਲ ਡੀਲ ਕਰਦੇ ਪਏ। ਕਈ ਪ੍ਰੋਵਿੰਸ ਵਿੱਚ ਉਹਨਾਂ ਨੇ ਪੋਜੀਸ਼ਨਸ ਕ੍ਰੀਏਟ ਕੀਤੀਆਂ ਨੇ, ਥੋੜ੍ਹੀਆਂ 20 ਜਾਂ 30 ਜਾਂ 40 ਜਾਂ 50, ਜਾਂ ਉਹਨਾਂ ਨੇ ਕਿਹਾ ਵੀ ਤੁਸੀਂ ਪਹਿਲਾਂ ਇੱਕ ਪ੍ਰੋਗਰਾਮ 'ਚ ਤੁਸੀਂ ਮੈਂਟਰਸ਼ਿਪ ਪ੍ਰੋਗਰਾਮ ਦੇ ਅੰਡਰ ਜਾਣਾ, ਫਿਰ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਨੂੰ ਸਿਸਟਮ ਦੇ ਵਿੱਚ ਇੱਕ ਪੈਥਵੇ ਬਣਾਇਆ। ਪਰ ਅਨਫੋਰਚੂਨੇਟਲੀ ਇਹ ਹੁੰਦਾ ਵੀ ਉਹ ਸਾਰਾ ਟੈਂਪਰੇਰੀ ਜਿਹਾ ਵਰਕ ਹੈ, ਉਹਦੇ ਨਾਲ ਜਿਹੜੀ ਨਾ ਲੌਂਗ ਟਰਮ ਦਾ ਸੋਲੂਸ਼ਨ ਨਹੀਂ ਆਉਂਦਾ, ਕਿਉਂਕਿ ਕਿਸੇ 'ਚ ਇੰਨਾ ਪੋਲੀਟੀਕਲ ਵਿਲ ਨਹੀਂ ਹੈਗੀ ਵੀ ਇਹ ਪ੍ਰੋਬਲਮ ਸੋਲਵ ਕਰਨ ਦੀ। ਸੋ ਮੈਂ ਇੱਕ ਥੋੜ੍ਹਾ ਜਿਹਾ ਡਾਕਟਰ ਸਾਹਿਬ ਤੁਹਾਨੂੰ ਇੰਟਰਰਪਟ ਕਰਕੇ ਪੁੱਛਦਾ ਹਾਂ। ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਦੱਸਿਆ ਕਿ ਜਿਹੜੇ ਬਾਹਰਲੀਆਂ ਕੰਟਰੀਆਂ ਤੋਂ ਆਪਣੇ ਲੋਕੀ ਜਿਵੇਂ ਵੀ ਆ ਫਾਈਨੈਂਸ਼ੀਅਲੀ ਭੇਜਦੇ ਆ, ਉੱਥੇ ਉਹ ਟ੍ਰੇਨਡ ਹੋ ਕੇ ਜਦੋਂ ਇੱਥੇ ਵਾਪਸ ਆਉਂਦੇ ਆ, ਵੇਟਿੰਗ ਪੀਰੀਅਡ ਦੀ ਤੁਸੀਂ ਗੱਲ ਕੀਤੀ, ਵਾਈ ਨਾਟ ਇਨ ਏ ਮੈਡੀਕਲ ਪ੍ਰੈਕਟਿਸਿਸ ਲਾਈਕ ਯੂਅਰਸ, ਯੂ ਸੈਡ ਯੂ ਮੈਂਟਰ ਦੈਮ, ਬਈ ਉੱਥੇ ਐਜ਼ ਏ ਜੂਨੀਅਰ ਪ੍ਰੈਕਟੀਸ਼ਨਰ ਸ਼ੁਰੂ ਕਰਕੇ ਤੇ ਹੌਲੀ ਹੌਲੀ, ਕਿਉਂਕਿ ਇੰਟਰਨਸ਼ਿਪ ਦੀਆਂ ਤੁਸੀਂ ਕਿਹਾ ਕਿ ਸੀਟਾਂ ਬਹੁਤ ਲਿਮਟਿਡ। ਦੇਖੋ ਉਹ ਮੈਂ ਨਾ ਥੋੜ੍ਹਾ ਜਿਹਾ ਐਕਸਪੈਂਡ ਕਰਨਾ ਚਾਹੁੰਦਾ ਕਿ ਜਿਹੜਾ ਮੈਂਟਰਸ਼ਿਪ ਪ੍ਰੋਗਰਾਮ ਹੈ ਥਰੂ ਕਾਲਜ ਹੁੰਦਾ, ਉਹ ਇਕੱਲਾ ਮੈਂ ਨਹੀਂ, ਹੋਰ ਵੀ ਬੜੇ ਡਾਕਟਰ ਨੇ ਜਿਹੜੇ ਕਿ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਨੂੰ ਮੈਂਟਰਸ਼ਿਪ ਦੇ ਪ੍ਰੋਗਰਾਮ ਵਿੱਚ ਪ੍ਰੋਵਾਈਡ ਕਰਦੇ ਨੇ। ਪਰ ਉਹਦੇ ਨਾਲ ਉਹਨਾਂ ਨੂੰ ਸਿਰਫ ਇੰਨਾ ਹੁੰਦਾ ਵੀ ਸਿਸਟਮ ਨੂੰ ਸਮਝ ਲੈਂਦੇ ਥੋੜ੍ਹਾ ਜਿਹਾ, ਪਰ ਡਜ਼ਨਟ ਮੈਟਰ ਵੀ ਕਿੰਨੇ ਵੀ ਸਿਸਟਮ ਨੂੰ ਸਮਝ ਲੈਣ, ਜੇ ਅੱਗੇ ਰਸਤਾ ਹੀ ਨਹੀਂ ਹੈਗਾ, ਤੁਹਾਡੇ ਕੋਲ ਦਰਵਾਜ਼ਾ ਬੜਾ ਵੱਡਾ ਲਾਇਆ, ਉਹਨਾਂ ਨੂੰ ਪੋਜੀਸ਼ਨ ਨਹੀਂ ਮਿਲੀ ਤਾਂ ਉਹਨਾਂ ਨੇ ਪ੍ਰੈਕਟਿਸ ਨਹੀਂ ਕਰ ਸਕਦੇ। ਸੋ ਇਹਦੇ ਵਾਸਤੇ ਬੜਾ ਸੋਹਣਾ ਜਿਹੜਾ ਨਾ ਇੱਕ ਗੋਲਡਨ ਆਪਰਚੁਨਿਟੀ ਹੈ BC ਦੇ ਵਿੱਚ, ਜਿਹੜੀ BC ਦੀ ਹੁਣ ਜਿਹੜੀ ਪ੍ਰੈਜ਼ੈਂਟ ਜਿਹੜੀ ਸਰਕਾਰ ਹੈ, ਸਾਡੇ ਜਿਹੜੇ ਇੱਥੋਂ ਦੇ ਆਪਣੇ ਹੈਲਥ ਮਿਨਿਸਟਰ ਨੇ ਏਡਰੀਅਨ ਡਿਕਸ, ਜਾਂ ਉਹਨਾਂ ਦੇ ਉਹ ਵੀ ਇਸ ਚੀਜ਼ ਨੂੰ ਬੜੇ ਆਈ ਫੀਲ ਵੈਰੀ ਸਟਰੋਂਗਲੀ ਵੀ ਉਹਨਾਂ ਦੇ ਮਨ 'ਤੇ ਵੀ ਹੈਗਾ ਵੀ ਸੋਲਵ ਕਰੀਏ। ਮੈਂ ਤੁਹਾਨੂੰ ਦੇ ਲੋਕਲ MLA ਜਗਰੂਪ ਬਰਾੜ ਨਾਲ ਵੀ ਗੱਲ ਕੀਤੀ ਸੀ ਵੀ ਇਸ ਚੀਜ਼ ਨੂੰ ਸੋਲਵ ਕਿਉਂ ਨਹੀਂ ਕਰਦੇ ਆਪਾਂ। ਫਿਰ ਨਾਲ ਹੀ ਮੈਂ ਐਡ ਕਰਨੀ ਚਾਹੁੰਦਾ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਕਿ ਲਾਸਟ ਇਲੈਕਸ਼ਨ 2 ਇਲੈਕਸ਼ਨਾਂ ਵਿੱਚ ਜਿਹੜੀ ਫੈਡਰਲ ਪਾਰਟੀਜ਼ ਨੇ ਕਿਹਾ ਸੀ, ਖਾਸ ਕਰਕੇ ਲਿਬਰਲ ਪਾਰਟੀ ਨੇ, ਕਿ ਅਸੀਂ hundreds of millions ਡਾਲਰ ਕਰਾਂਗੇ ਸਪੈਂਡ ਟੂ ਹੈਵ ਫੈਮਿਲੀ ਡਾਕਟਰਸ ਐਵਰੀਵੇਅਰ। ਸੋ ਦਿਸ ਇਜ਼ ਦਾ ਟਾਈਮ ਵੀ ਜਿਹੜੀ ਫੰਡਿੰਗ ਹੈ, ਉਹ ਜਿਹੜੇ hundreds of ਜਿੰਨੇ ਵੀ $1 million ਨੇ, ਜਿਹੜਾ BC ਦਾ ਸ਼ੇਅਰ ਬਣਦਾ, ਉਹ ਚਾਹੀਦਾ ਕਿ ਜਿਹੜੇ BC ਦੇ ਲੋਕਲ ਪੋਲੀਟੀਸ਼ੀਅਨ ਨੇ, ਜਿਸ ਤਰ੍ਹਾਂ ਕੱਲ੍ਹ ਮੈਂ ਰਣਦੀਪ ਸਰਾਏ ਨਾਲ ਗੱਲ ਕੀਤੀ, ਮੈਂ ਆਪਣੇ ਜੌਨ ਐਲਡਾਗ ਨੂੰ ਵੀ ਬਰੀਫ ਕੀਤਾ ਇਸ ਕੰਮ 'ਤੇ, ਕਿ ਮੈਂ ਕਿਹਾ ਤੁਸੀਂ ਇਸ ਇਸ਼ੂ ਨੂੰ ਅੱਗੇ ਲੈ ਕੇ ਜਾਓ, ਆਪਣੇ ਕਾਕਸ ਦੇ ਵਿੱਚ ਪ੍ਰੈਜੈਂਟੇਸ਼ਨ ਕਰੋ ਕਿ ਜਦੋਂ ਤੁਹਾਡੇ ਕੋਲ ਫੰਡਿੰਗ ਹੈਗੀ ਹੈ, ਗਵਰਨਮੈਂਟ ਕੋਲੋਂ BC ਦੇ ਵਿੱਚ ਆਲਰੇਡੀ ਇਹ ਛੋਟਾ ਪ੍ਰੋਗਰਾਮ ਹੈਗਾ, ਉਸ ਪ੍ਰੋਗਰਾਮ ਨੂੰ ਐਕਸਪੈਂਡ ਕਰਨ ਵਾਸਤੇ ਫਾਈਨੈਂਸ਼ੀਅਲ ਰਿਸੋਰਸਿਸ ਹੋਣ, ਤੇ ਸਾਡੇ ਕੋਲ ਮੈਨ ਪਾਵਰ ਪਈ ਹੈ, ਲੋਕਾਂ ਦੇ ਬੱਚੇ ਘਰ ਵਿਹਲੇ ਬੈਠੇ ਨੇ, ਐਗਜ਼ਾਮ ਪਾਸ ਕਰਕੇ ਸਾਲ 2 ਸਾਲ ਕਰਕੇ ਉਹ ਫਿਰ ਫਰਸਟ੍ਰੇਟ ਹੋ ਕੇ ਦੇ ਆਈਦਰ ਗੋ ਟੂ ਸਟੇਟਸ ਉਹ ਜਾਂ ਜਾਂਦੇ ਨੇ ਵਾਪਸ UK, ਜਾਂ ਇੱਥੇ ਜਾ ਰਹੇ ਆਸਟ੍ਰੇਲੀਆ, ਕਈ ਲੋਕੀ ਵਾਪਸ ਇੰਡੀਆ ਵੀ ਆਪਣੇ ਬੱਚੇ ਭੇਜਦੇ ਪਏ ਨੇ। ਆਈ ਹੈਵ ਅ ਪਰਸਨਲ ਐਕਸਪੀਰੀਅੰਸ ਕਿ ਜਿੱਥੇ ਮੈਂ ਦੇਖਿਆ 2 ਗ੍ਰੈਜੂਏਟ ਜਿਹੜੇ ਸਾਡੇ ਕੋਲੋਂ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟ ਆਏ ਸੀ, ਉਹ ਵਾਪਸ ਚਲੇ ਗਏ UK, ਬਿਕਾਜ਼ ਉਹਨਾਂ ਨੂੰ ਇੰਟਰਨਸ਼ਿਪ ਤੇ ਉਹਨਾਂ ਨੂੰ ਪੋਜੀਸ਼ਨ ਉੱਥੇ ਮਿਲ ਗਈ। ਸੋ ਇਸ ਤੋਂ ਇਲਾਵਾ ਬਹੁਤ ਸਾਰੇ ਇਹੋ ਜਿਹੇ ਬੱਚੇ ਨੇ ਜਿਨ੍ਹਾਂ ਨੂੰ ਪ੍ਰੋਗਰਾਮ ਦੇ ਵਿੱਚ ਚਾਹੀਦੀ ਹੈ ਕਿ ਉਹਨਾਂ ਨੂੰ ਜਗ੍ਹਾ ਮਿਲੇ। ਇਹ ਅਨਦਰ ਐਗਜ਼ਾਮਪਲ ਆਫ ਬ੍ਰੇਨ ਡਰੇਨ, ਮਤਲਬ ਜੇ ਆਪਾਂ ਇੱਥੇ ਹੀ ਆਪਣੇ ਇੱਥੇ ਟ੍ਰੇਨਡ ਹੋ ਕੇ ਬੱਚੇ, ਆਈ ਥਿੰਕ ਇਟਸ ਮਚ ਮੋਰ ਦੈਨ ਦੈਟ, ਕਿਉਂਕਿ ਆਲਰੇਡੀ ਉਹਨਾਂ ਨੇ ਬੱਚਿਆਂ ਨੇ ਟ੍ਰੇਨਿੰਗ ਕੀਤੀ ਹੈ, ਉਹਨਾਂ ਨੇ ਆਲਰੇਡੀ ਇੱਥੇ ਵਾਪਸ ਆਉਣਾ ਚਾਹੁੰਦੇ ਨੇ, ਉਹਨਾਂ ਕੋਲ ਕ੍ਰੈਡੈਂਸ਼ੀਅਲਸ ਨੇ, ਐਗਜ਼ਾਮ ਪਾਸ ਕੀਤੇ ਨੇ। ਇਹ ਨਹੀਂ ਕੋਈ ਕਹਿੰਦਾ ਪਿਆ ਵੀ ਤੁਸੀਂ ਹਰ ਇੱਕ ਨੂੰ ਤੁਸੀਂ ਟ੍ਰੇਨਿੰਗ ਜੋ ਪਾ ਦਿਓ। ਸੋ ਜਿਹੜਾ ਪ੍ਰੋਗਰਾਮ ਇਹ ਚਾਹੀਦਾ ਵੀ BC ਦੇ ਵਿੱਚ ਪ੍ਰੋਵਿੰਸ ਵਾਲੇ ਸ਼ੁਰੂ ਕਰਨ ਪ੍ਰੋਗਰਾਮ, ਪਾਇਲਟ ਪ੍ਰੋਜੈਕਟ ਕਰ ਲੈਣ, ਉਹਦੇ ਵਿੱਚੋਂ ਆਲਰੇਡੀ ਤੁਹਾਡੇ ਕੋਲ 20 ਜਾਂ 25 ਜਿਹੜੀਆਂ ਸਪਾਟ ਨੇ ਉਹਨੂੰ 50 ਜਾਂ 100 ਕਰ ਲਓ, ਤੇ 2-3 ਸਾਲਾਂ ਵਿੱਚ ਜਿਹੜੀ ਨਾ ਐਟਲੀਸਟ ਕਾਫੀ ਜਿਹੜੀ ਨਾ ਫੈਮਿਲੀ ਡਾਕਟਰ ਦੀ ਸ਼ਾਰਟੇਜ ਜਿਹੜੀ ਨਾ ਉਹਨੂੰ ਪੂਰੀ ਕਰ ਸਕਦੇ ਨੇ। ਸੋ ਆਪਾਂ ਦੇ ਰਿਕੁਐਸਟ ਹੀ ਕਰ ਸਕਦੇ ਹਾਂ
ਕਿਉਂਕਿ ਦਿਸ ਇਜ਼ ਸਮਥਿੰਗ, ਇਹ ਤੁਹਾਨੂੰ ਇਹ ਕੋਈ ਬੜਾ ਵੱਡਾ ਕੋਈ ਮੈਜਿਕ ਨਹੀਂ ਹੈਗਾ, ਬੜਾ ਇਹ ਤੁਸੀਂ ਕੋਈ ਬੜੀ ਵੱਡੀ So Dr. Saab, again, sorry to interrupt you. What do you think the process is? Process- ਮਤਲਬ what should federal government, ਤੁਸੀਂ ਕਿਹਾ ਪੈਸੇ ਦੇਣ, ਉਹ ਫੰਡਿੰਗ ਜਿਹੜੀ ਹੈ ਪ੍ਰੋਵਿੰਸ਼ੀਅਲ ਗਵਰਨਮੈਂਟ ਯੂਜ਼ ਕਰਕੇ, ਤੁਸੀਂ ਕਿਹਾ ਇਹਨਾਂ ਲਈ ਗੋਲਡਨ ਅਪਰਚੁਨਿਟੀ ਹੈ, ਸੋ ਇਹਨੂੰ ਕਿਸ ਤਰ੍ਹਾਂ, what is the process? It's very simple. That you have a doctor, you have a say number of say 25 ਡਾਕਟਰ ਜਾਂ 50 ਡਾਕਟਰ ਨੇ ਜਿਹੜੇ ਕਿ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਨੇ, ਜਿਨ੍ਹਾਂ ਨੇ ਆਪਣਾ ਸਾਰੇ ਐਗਜ਼ਾਮ ਪਾਸ ਕੀਤੇ ਨੇ, ਉਹਨਾਂ ਕੋਲ ਸਾਰੀ ਤਿਆਰੀ 'ਚ ਬੈਠੇ ਨੇ, ਉਹਨਾਂ ਨੇ ਆਪਣੀ ਕੈਨੇਡੀਅਨ ਮੈਚਿੰਗ ਸਰਵਿਸ ਵਿੱਚ ਅਪਲਾਈ ਕੀਤਾ, ਉਹਨਾਂ ਨੂੰ ਪੋਜੀਸ਼ਨ ਨਹੀਂ ਮਿਲੀ, ਉਹ ਘਰ ਬੈਠੇ ਨੇ, ਉਹਨਾਂ ਨੂੰ ਪੋਜੀਸ਼ਨ ਜਿਹੜਾ ਨਾ ਕ੍ਰੀਏਟ ਉਹਨਾਂ ਵਾਸਤੇ ਕਰੋ, 2 ਸਾਲ ਦੀ ਪੋਜੀਸ਼ਨ ਕ੍ਰੀਏਟ ਕਰੋ। ਜੇ ਤੁਸੀਂ ਇੱਕ ਸਾਲ ਦੇ ਵਿੱਚ ਜਿਹੜਾ ਹੁੰਦਾ ਨਾ ਫਸਟ ਈਅਰ ਰੈਜ਼ੀਡੈਂਟ ਜਾਂ ਇੰਟਰਨ, ਉਹਨੂੰ ਤੁਸੀਂ 20-25 ਹਜ਼ਾਰ ਸਟਾਈਪੈਂਡ ਦੇਣਾ ਪੈਂਦਾ, ਕਿਉਂਕਿ ਉਹਨਾਂ ਨੇ ਕੰਮ ਵੀ ਕਰਨਾ, ਫੈਮਲੀਜ਼ ਵੀ ਪਾਲਣੀਆਂ, ਸਿੱਖਣਾ ਵੀ ਹੈ, ਤੇ ਆਲਰੇਡੀ ਜਿਹੜੇ ਪ੍ਰੋਗਰਾਮ ਨੇ BC ਦੇ ਵਿੱਚ ਐਸਟੈਬਲਿਸ਼ ਨੇ। ਜੇ ਤੁਸੀਂ ਇਹਨੂੰ ਐਕਸਪੈਂਡ ਕਰਨਾ, ਸਰੀ ਇਜ਼ ਅ ਗ੍ਰੇਟ ਐਗਜ਼ਾਮਪਲ, ਇੱਥੇ ਐਕਸਪੈਂਡ ਕਰ ਲਓ, ਕਿਉਂਕਿ ਇਹ ਜਿਹੜੇ ਸਾਰੇ ਇਸ਼ੂ ਨੇ ਡਿਊਰਿੰਗ ਇਲੈਕਸ਼ਨ ਦੇ ਕੰਮ ਬੜੇ ਜ਼ੋਰ ਸ਼ੋਰ ਨਾਲ ਹੁੰਦੇ ਨੇ, ਰੌਲਾ ਪਾਉਂਦੇ ਸਾਰੇ ਅਸੀਂ, ਪਰ ਐਕਚੁਅਲੀ ਜਦੋਂ ਮੌਕਾ ਹੁੰਦਾ ਉਦੋਂ ਕੋਈ ਇਹਨੂੰ ਪਰਸੂ ਨਹੀਂ ਕਰਦਾ। ਸੋ ਮੈਂ ਕੱਲ ਜਿਨ੍ਹਾਂ ਨੂੰ ਮੈਂ ਜਾਣਨਾ, ਮੈਂ ਉਹਨਾਂ ਨੂੰ ਕਿਹਾ ਵੀ ਇਸ ਇਸ਼ੂ ਨੂੰ ਤੁਸੀਂ ਅੱਗੇ ਲੈ ਕੇ ਤੁਰੋ, ਅਸੀਂ ਤੁਹਾਡੀ ਸਾਰੀ ਸਪੋਰਟ ਕਰਨੇ ਆ। ਆਲਰੇਡੀ ਫੰਡਿੰਗ ਦੀ ਹੈਗੀ ਹੈ ਪ੍ਰੋਵੀਜ਼ਨ, ਤੁਸੀਂ ਅਪਲਾਈ ਤੇ ਕਰਨਾ ਪੈਣਾ ਨਾ, ਕਿਸੇ ਨੂੰ ਇਸ ਚੀਜ਼ ਨੂੰ ਅੱਗੇ ਕਰਨਾ ਪੈਣਾ। ਪ੍ਰੋਵਿੰਸ ਦੇ ਵਿੱਚ ਤਾਂ ਦੇਖੋ ਜਿਹੜਾ ਮਿਨਿਸਟਰੀ ਆਫ ਹੈਲਥ ਨੇ ਉਹ ਆਲਰੇਡੀ ਬੜੇ ਬਿਜ਼ੀ ਨੇ ਕੋਵਿਡ-19 ਦੇ ਵਿੱਚ, ਤੇ ਜਿਹੜੀ ਹੈ ਇਹ ਸ਼ਾਰਟੇਜ ਜਿਹੜੀ ਹੈ ਨਾ, ਸ਼ਾਰਟੇਜ ਤਾਂ ਆ ਰਹੀ ਹੈ, ਇਹ ਪਹਿਲੀ ਗੱਲ ਤੇ ਆ ਵੀ ਜਿਹੜੇ ਮੇਰੀ ਏਜ ਦੇ ਨੇ ਲੋਕ ਹੋ ਸਕਦਾ ਪੂਰਾ ਦਿਨ ਕੰਮ ਹੀ ਨਾ ਕਰ ਸਕਣ, ਹੋ ਸਕਦਾ ਕਈਆਂ ਦੀ ਰਿਟਾਇਰਮੈਂਟ ਏਜ ਆ ਗਈ ਹੈ, ਕਈ ਬਰਨ ਆਊਟ ਹੋ ਗਏ ਨੇ। ਸੋ ਜਿਹੜੇ ਫੈਮਿਲੀ ਡਾਕਟਰ ਨੇ ਜਿਹੜੇ ਬਣਨਾ ਚਾਹੁੰਦੇ ਨੇ, ਜਿਨ੍ਹਾਂ ਕੋਲ ਆਲਰੇਡੀ ਕ੍ਰੈਡੈਂਸ਼ੀਅਲਸ ਹੈਗੇ ਨੇ, ਉਹਨਾਂ ਦੀ ਗੱਲ ਕਰਨਾ ਪਿਆ ਬੜੀ ਕਲੀਅਰਲੀ ਕਿ ਦਿਸ ਇਜ਼ ਨਾਟ ਕੋਈ ਸਮਥਿੰਗ, ਕੋਈ ਇਨੋਵੇਸ਼ਨ ਕੋਈ ਮੈਂ ਕੀਤੀ ਹੈ, ਇਹ ਸਾਰੇ ਕੰਟਰੀ ਵਿੱਚ ਆਲਰੇਡੀ ਹੋ ਰਿਹਾ। ਤੇ ਪ੍ਰੋਗਰਾਮ ਨੂੰ ਐਕਸਪੈਂਡ ਕਰੋ ਤੇ ਲੋਕਾਂ ਨੂੰ ਉਹਨਾਂ ਦੇ ਰਿਸੋਰਸਿਸ ਜਿਹੜੇ ਨੇ ਯੂਜ਼ ਕਰੋ, ਤੇ ਇਸ ਕਰਕੇ ਬੱਚੇ ਆਪਣੇ ਬਾਹਰ ਨਾ ਜਾਣ, ਕਿਉਂਕਿ ਇਸ ਨਾਲ ਤੇ ਮੈਂ ਸਾਰਿਆਂ ਨੇ ਕਲੀਅਰ ਕਰਨਾ ਚਾਹੁੰਦਾ ਮੇਰੀ ਫੈਮਿਲੀ ਦਾ ਨਹੀਂ ਕੋਈ ਬੱਚਾ ਹੈਗਾ ਜਿਹਦੇ ਵਾਸਤੇ ਮੈਂ ਐਡਵੋਕੇਸੀ ਕਰਨਾ ਪਿਆ। ਇਸ ਅਬਾਊਟ ਐਵਰੀਵਨਸ ਕਿਡ, ਤੇ ਜਿੰਨੇ ਵੀ ਬੱਚੇ ਨੇ, ਕਿਸੇ ਦਾ ਵੀ ਬੱਚਾ ਹੋਏ ਜਿਹਨੇ ਕਿ ਆਪਣੀ ਮੈਡੀਸਨ ਕੀਤੀ ਹੈ, ਟ੍ਰੇਨਿੰਗ ਪੂਰੀ ਕੀਤੀ ਹੈ, ਮੇਰੇ ਕੋਲ ਹੰਡਰਡਸ ਆਫ ਐਗਜ਼ਾਮਪਲਸ ਨੇ BC ਦੇ ਵਿੱਚ ਇਸ ਟਾਈਮ ਦੇ ਵਿੱਚ ਲੋਕਾਂ ਦੇ ਬੱਚੇ ਬੈਠੇ ਨੇ ਘਰ। ਉਹ ਬੱਚਿਆਂ ਨੂੰ ਚਾਹੀਦਾ ਕਿ ਉਹਨਾਂ ਨੂੰ ਸਪੋਰਟ ਦਿਓ, ਉਹਨਾਂ ਦੀ એનર્ਜੀ ਵੇਸਟ ਨਾ ਕਰੋ, ਫਰਸਟ੍ਰੇਸ਼ਨ ਹੁੰਦੀ ਹੈ ਉਹਦੇ ਨਾਲ, ਫਿਰ ਬ੍ਰੇਨ ਡਰੇਨ ਹੁੰਦਾ। ਜਿਸ ਤਰ੍ਹਾਂ ਤੁਸੀਂ ਕਿਹਾ, ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਕਹਿਣਾ ਵੀ ਅਸੀਂ ਅਪਲਾਈ ਕਰਨੇ ਆ USA ਵਿੱਚ, ਐਂਡ ਉੱਥੇ ਉਹਨਾਂ ਦੀ ਬੈਟਰ ਟਾਈਮ ਉਹਨਾਂ ਦੀਆਂ ਵੇਜਸ ਬੈਟਰ ਨੇ, ਸਟ੍ਰੈਸ ਲੈਵਲ ਘੱਟ ਹੈ, ਕੰਮ ਘੱਟ ਹੈ, ਪੈਸੇ ਨੇ ਜ਼ਿਆਦਾ, ਫਿਰ ਉਹਨਾਂ ਉੱਥੇ ਜਾਣਾ। ਜਿਹੜਾ ਬੰਦਾ ਇੱਕ ਵਾਰੀ ਚਲਾ ਗਿਆ, ਉਹਨੇ ਜਾ ਕੇ ਆਪਣੀ ਪ੍ਰੈਕਟਿਸ ਖੋਲ੍ਹ ਲਈ, ਉਹਨੇ ਆਪਣਾ ਵਾਤਾਵਰਨ ਸੈੱਟ ਕਰ ਲਿਆ, ਉਹਨੇ ਵਾਪਸ ਨਹੀਂ ਆਉਣਾ। ਸੋ ਇਸ ਕਰਕੇ ਇਹ ਗੋਲਡਨ ਅਪਰਚੁਨਿਟੀ ਹੈ। ਮੈਂ ਚਾਹੁੰਦਾ ਵੀ ਜਿਹੜੀ ਪ੍ਰੈਜ਼ੈਂਟ ਜਿਹੜੀ ਸਰਕਾਰ ਹੈ, ਆਪਣੇ ਦੀ NDP ਦੀ ਗਵਰਨਮੈਂਟ ਹੈ, ਆਪਣੇ ਪ੍ਰੀਮੀਅਰ ਇਸ ਚੀਜ਼ ਬੜਾ ਉਹਨਾਂ ਦਾ ਖੁੱਲ੍ਹਾ ਦੇ ਲਈ ਇਸ ਕੰਮ ਲਈ, ਆਪਣੇ ਮਿਨਿਸਟਰ ਆਫ ਹੈਲਥ ਦੀ ਪਰਫਾਰਮੈਂਸ ਮੇਰੇ ਖਿਆਲ ਕੈਨੇਡਾ ਵਿੱਚ ਨੰਬਰ 1 ਤੇ ਚੱਲਦੇ ਪਏ ਨੇ। ਸੋ ਉਹਨਾਂ ਨੂੰ ਇਸ ਗੱਲ ਦੀ ਸਮਝ ਹੈ, ਟਾਈਮ ਟੂ ਟਾਈਮ ਉਹਨਾਂ ਨੇ ਲੋਕਾਂ ਨੇ ਉਹਨਾਂ ਨਾਲ ਗੱਲ ਵੀ ਕੀਤੀ ਹੋਣੀ ਹੈ, ਪਰ ਤੁਸੀਂ ਉਹਨਾਂ ਨੂੰ ਇਨਫੋਰਮੇਸ਼ਨ ਭੇਜੋ, ਨਾਟ ਇਨ ਅ ਵੇ ਟੂ ਕ੍ਰਿਟਿਸਾਈਜ਼ them, but simply ask them to help to establish this program, expand this program, get access ਜਿੱਥੋਂ ਤੁਹਾਡੇ ਕੋਲ ਪੈਸੇ ਆਲਰੇਡੀ ਹੈਗੇ ਨੇ ਫੈਡਰਲ ਗਵਰਨਮੈਂਟ ਨੂੰ, ਕਿਉਂਕਿ ਉਹ ਗੱਲਾਂ ਜਿਹੜੀਆਂ ਜਦੋਂ ਵਾਅਦੇ ਕਰਨੇ ਨੇ, ਉਸ ਨਾਲ ਵਾਅਦਿਆਂ ਨੂੰ ਪੂਰਾ ਕਰਨਾ ਵੀ ਜਿਹੜਾ ਬੜਾ ਇੰਪੋਰਟੈਂਟ ਹੈ। ਤੇ ਕਈ ਵਾਰੀ ਐਜ਼ ਏ ਡਾਕਟਰ ਸਾਹਿਬ ਆਲਵੇਜ਼ ਐਜ਼ ਏ ਕਮਿਊਨਿਟੀ ਪਰਸਨ, ਮੈਨੂੰ ਪਤਾ ਹੈ ਤੁਹਾਡਾ ਕੋਈ ਪਰਸਨਲ ਇੰਟਰਸਟ ਨਹੀਂ ਹੈਗਾ, ਸੋ ਤੁਸੀਂ ਆਲਵੇਜ਼ ਜਿਹੜੇ ਇਸ਼ੂਜ਼ ਲੈ ਕੇ ਆਉਂਦੇ ਆ ਉਹ ਸਾਰੀ ਕਮਿਊਨਿਟੀ ਦੇ ਫਾਇਦੇ ਲਈ ਲੈ ਕੇ ਆਉਂਦੇ ਆ, ਬੜੀ ਚੰਗੀ ਗੱਲ ਹੈ। ਪਰ ਇਸ ਦੇ ਨਾਲ ਸਰਕਾਰਾਂ ਲਈ ਵੀ ਇਹ ਫਾਇਦੇ ਦੀ ਗੱਲ ਹੈ। ਇਸ ਦੇ ਨਾਲ ਕੁਐਸਚਨ ਉੱਭਰ ਕੇ ਆਉਂਦਾ ਆਲਵੇਜ਼ ਜਦੋਂ ਇਹ ਗੱਲ ਆਉਂਦੀ ਹੈ ਸ਼ੋਰਟੇਜ ਆਫ ਡਾਕਟਰਸ, ਐਂਡ ਤੁਹਾਨੂੰ ਪਤਾ ਕਿ ਓਨਟਾਰੀਓ 'ਚ ਉਹਨਾਂ ਨੇ ਅਨਾਊਂਸ ਕੀਤਾ ਵੀ ਫੋਰਨ ਟ੍ਰੇਨਡ ਨਰਸਿਸ ਆਰ ਵੈਲਕਮ ਟੂ ਅਪਲਾਈ। ਸੋ ਇਹ ਵੀ ਇੱਕ ਸ਼ੋਰਟੇਜ ਦਾ ਐਗਜ਼ਾਮਪਲ ਹੈਗਾ ਆ, ਪਰ ਉਹਦੇ ਨਾਲ ਜਿਹੜੀਆਂ ਮੈਡੀਕਲ ਦੀਆਂ ਇਹਨਾਂ ਨੂੰ ਜਿਹੜੀ ਸੀਟਸ ਵੀ ਵਧਾ ਦੇਣੀਆਂ ਚਾਹੀਦੀਆਂ। ਨਹੀਂ, ਉਹ ਬਿਨਾਂ ਸੀਟਸ ਤੋਂ ਤਾਂ ਗੱਲ ਨਹੀਂ ਬਣਨੀ। ਜਿਹੜੇ ਮੈਂ ਤੁਹਾਡੇ ਪ੍ਰੋਗਰਾਮ ਦੇ ਥਰੂ ਲੋਕ ਐਕਸਪਲੇਨ ਕਰਨਾ ਪਿਆ, ਉਹਦਾ ਮਤਲਬ ਵੀ ਇਹੋ ਹੈ ਕਿ ਜਿਹੜੀ ਫॉर ਐਗਜ਼ਾਮਪਲ ਕਿ ਨੰਬਰ ਪਿਕ ਕਰ ਲਓ, 2000 ਨੇ ਮੈਡੀਕਲ ਗ੍ਰੈਜੂਏਟਸ ਕੈਨੇਡਾ ਵਿੱਚ, ਜੇ ਉਹਨਾਂ ਵਾਸਤੇ 2000 ਹੀ ਨੇ ਪੋਜੀਸ਼ਨ, ਜਿਹੜੇ ਲੋਕਲ ਗ੍ਰੈਜੂਏਟ ਨੇ, ਜੇ 1000 ਬੰਦਾ ਬਾਹਰ ਬੈਠਾ ਜਿਹੜਾ ਪੜ੍ਹ ਕੇ ਆਇਆ ਬਾਹਰੋਂ, ਜਿਨ੍ਹਾਂ ਨੇ ਮੈਡੀਸਨ ਕਰਕੇ ਆਇਆ, ਜਾਂ ਜਿਨ੍ਹਾਂ ਨੂੰ ਤੁਸੀਂ ਇਮੀਗ੍ਰੇਸ਼ਨ ਦੇ ਕੇ ਉਹਨਾਂ ਦੇ ਕ੍ਰੈਡੈਂਸ਼ੀਅਲਸ ਦੇਖ ਕੇ ਉਹਨਾਂ ਨੇ ਆ ਕੇ ਤੁਸੀਂ ਉਹਨਾਂ ਨੂੰ ਇੱਥੇ ਬੁਲਾਇਆ, ਨੰਬਰ ਉਹਨਾਂ ਦੇ ਠੀਕ ਨੇ, ਐਗਜ਼ਾਮ ਉਹਨਾਂ ਨੇ ਪਾਸ ਕੀਤੇ ਨੇ, ਵੇਟ ਕਰਦੇ ਪਏ ਨੇ, ਤੇ ਉਹਨਾਂ ਦੀ ਸਰਵਿਸਿਜ਼ ਕਿਉਂ ਨਹੀਂ ਕਰਦੇ ਯੂਜ਼? ਜਾਂ ਤਾਂ ਤੁਸੀਂ ਕਲੀਅਰ ਕਰ ਦਿਓ ਬੱਚਿਆਂ ਨੂੰ ਤੁਸੀਂ ਬਾਹਰ ਨਾ ਜਾਓ,
ਅਸੀਂ ਤੁਹਾਨੂੰ ਐਡਮਿਟ ਨਹੀਂ You're ਕਰਨਾ not welcome ਤੇ ਫਿਰ back ਫਿਰ or ਤੇ ਉਹ something. ਇਹ ਗੱਲ ਵੀ ਨਹੀਂ ਕਰਦੇ ਜਿਹੜੇ ਹੁਣ ਆਲਰੇਡੀ ਹੋਏ ਨੇ ਉਹ ਵਾਪਸ ਆਉਂਦੇ ਨੇ ਉਹਨਾਂ ਵਾਸਤੇ ਗੱਲ ਕਰਨੇ ਪਿਆ ਇਹ ਨਾਲੇ ਕਿੰਨਾ ਵੱਡਾ ਫॉर ਐਗਜ਼ਾਮਪਲ ਕਿ ਜੇ ਹਜ਼ਾਰ ਬੱਚਾ ਜਾਂ ਤੁਸੀਂ 500 ਲਾ ਲਓ 100 ਹੀ ਗਿਣ ਲਓ ਸਰੀ ਦੇ ਵਿੱਚ ਲੋਅਰ ਮੇਨਲੈਂਡ ਦੇ ਵਿੱਚ $500,000 ਹਰ ਇੱਕ ਮਾਂ ਬਾਪ ਨੇ ਖਰਚ ਕੀਤਾ Yes. ਤਾਂ ਉਹ ਜਿਹੜਾ $50 ਮਿਲੀਅਨ ਉਹ ਫਿਰ ਵੇਸਟ ਹੀ ਜਾਣਾ ਉਹਨਾਂ ਦੇ ਆਪਣੇ ਰਿਸੋਰਸ ਲਾ ਕੇ ਆਪਣੇ ਬੱਚੇ ਪੜ੍ਹਾਏ ਨੇ ਟੈਕਸ ਪੇਅਰ ਦਾ ਕੋਈ ਉੱਥੇ ਕੰਮ ਨਹੀਂ ਹੈਗਾ ਸੋ ਇਹ ਡਾਕਟਰ ਸਾਹਿਬ ਮੇਰੇ ਦਿਮਾਗ 'ਚ ਵੈਸੇ ਹੀ ਕੁਐਸਚਨ ਆਇਆ ਹਾਲਾਂਕਿ ਇਹ ਮਾਈਟ ਬੀ ਇਰਰੈਲੇਵੈਂਟ is it a possibility of like public funded medical college and privately funded medical college is a possibility? ਦੇਖੋ ਇਹ ਤੇ ਮੈਂ ਇਸ ਪੋਜੀਸ਼ਨ 'ਚ ਨਹੀਂ ਵੀ ਮੈਂ ਇਹੋ ਜਿਹਾ ਕਮੈਂਟ ਕਰਾਂ ਪਰ ਇੰਨਾ ਮੈਂ ਕਹਿ ਸਕਦਾ ਜ਼ਰੂਰ ਕਿ ਡੈਫੀਨੇਟਲੀ ਕਿ ਜਿਹੜੀਆਂ ਹਰ ਵਾਰੀ ਜਦੋਂ 2001 ਦੇ ਵਿੱਚ ਸਰਕਾਰ ਨੇ ਪੋਜੀਸ਼ਨਸ ਜਿਹੜੀਆਂ ਵਧਾਈਆਂ ਸੀ ਮੈਡੀਕਲ ਸਕੂਲ ਦੇ ਵਿੱਚ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਬੜਾ ਰੌਲਾ ਪਿਆ ਫਿਰ ਗੱਲਬਾਤ ਉੱਥੇ ਠੱਪ ਜੀ ਹੋ ਜਾਂਦੀ ਹੈ ਹੋ ਸਕਦਾ ਵੀ ਨਵਾਂ ਹਸਪੀਟਲ ਜਿਹੜਾ ਬਣਨਾ ਉਹਦੇ ਵਿੱਚੋਂ ਸ਼ਾਇਦ ਇਹ ਕੋਈ ਪ੍ਰੋਗਰਾਮ ਇੱਕ ਲਿਆ ਸਕਦੇ ਨੇ ਪਰ ਇਹਦੇ ਵਿੱਚੋਂ ਤੁਹਾਨੂੰ ਜਿਹੜੀ ਚੰਗੀ ਗੱਲ ਹੁੰਦੀ ਹੈ ਨਾ ਉਹਨੂੰ ਅਡਾਪਟ ਕਰਨ 'ਚ ਕੋਈ ਪ੍ਰੋਬਲਮ ਨਹੀਂ ਇਹ ਤਾਂ ਕੋਈ ਮੋਹਰ ਤੇ ਹੈਗੀ ਨਹੀਂ ਕਿਸੇ ਦੀ ਵੀ ਇਸੇ ਨੇ ਐਸਟੈਬਲਿਸ਼ ਕੀਤਾ ਹੁਣ ਜਿਹੜਾ ਸਿਮਿਲਰ ਪ੍ਰੋਗਰਾਮ ਤਕਰੀਬਨ ਅਲਬਰਟਾ 'ਚ ਵੀ ਸਸਕੈਚੁਅਨ ਮੈਨੀਟੋਬਾ ਅੰਟੈਰੀਓ 'ਚ ਵੀ ਹੈਗੇ ਨੇ ਤੇ ਸ਼ਰਮ ਦੀ ਕਿਹੜੀ ਗੱਲ ਹੈ ਹਰ ਇੱਕ ਪ੍ਰੋਵਿੰਸ ਦੇ ਵਿੱਚ ਸੇਮ ਪਾਰਟੀ ਦੀ ਨਾ ਗਵਰਨਮੈਂਟ ਹੈਗੀ ਇਹ ਤੇ ਸਪਲਾਈ ਦੀ ਗੱਲ ਹੈ ਤੇ ਡਿਮਾਂਡ ਦੀ ਗੱਲ ਹੈ ਇੱਕ ਟਾਈਮ ਸੀ ਕਿ ਜਦੋਂ ਤੁਸੀਂ ਬਿਲਕੁਲ ਅਰਲੀ 60s ਦੇ 70 ਦੇ ਵਿੱਚ ਜਿਸ ਤਰ੍ਹਾਂ ਯੂ ਆਰ ਟੀਚਿੰਗ ਦੇ ਪ੍ਰੋਫੈਸਰ ਸੀ ਤੁਹਾਨੂੰ ਨਾ ਆਪ ਟਿਕਟ ਦੇ ਕੇ ਤਾਂ ਮੰਗਾਉਣਾ ਸੀ ਆਪ ਤੁਹਾਨੂੰ ਜੌਬ ਦੇਣਾ ਸੀ ਫਿਰ 70s ਦੇ ਵਿੱਚ ਥੋੜੀ ਡਿਮਾਂਡ ਘਟ ਗਈ ਫਿਰ ਉਸ ਤੋਂ ਬਾਅਦ ਜਿਹੜੇ 80 ਦੇ ਵਿੱਚ ਹੋਰ ਘਟ ਗਈ ਫਿਰ ਉਹਨਾਂ ਨੇ ਕਿਹਾ ਵੀ ਤੁਹਾਡੇ ਕ੍ਰੈਡੈਂਸ਼ੀਅਲਸ ਠੀਕ ਨਹੀਂ ਇਹ ਸਾਰੀਆਂ ਗੱਲਾਂ ਚੱਲਦੀਆਂ ਹੁਣ ਇੱਕ ਇਹੋ ਜਿਹਾ ਮਾਹੌਲ ਕ੍ਰੀਏਟ ਹੋਇਆ ਕਿ ਇਸ ਤੋਂ ਬਿਨਾਂ ਕੰਮ ਨਹੀਂ ਹੋਣਾ ਆਈਦਰ ਤੁਸੀਂ ਆਪ ਬਣਾਓ ਜਾਂ ਫਿਰ ਬਾਕੀਆਂ ਜਿਹੜੇ ਆ ਰਹੇ ਨੇ ਉਹਨਾਂ ਨੂੰ ਡਿਸਕਰੇਜ ਨਾ ਕਰੋ ਨਰਸ ਲੈ ਲਓ ਫਿਜ਼ੀਓਥੈਰੇਪਿਸਟ ਲੈ ਲਓ ਤੁਸੀਂ ਮੈਂ ਹੈਲਥ ਕੇਅਰ ਦੀ ਗੱਲ ਕਰਾਂਗਾ ਬਾਕੀਆਂ ਦਾ ਟਾਈਮ ਨਹੀਂ ਆ ਜਾਏਗਾ ਕਿ ਇਹਨਾਂ ਨੂੰ ਤੁਸੀਂ ਜਦੋਂ ਆਉਂਦੇ ਨੇ ਐਗਜ਼ਾਮ ਲਾਇਰਸ ਹੈ ਡਾਕਟਰ ਸਾਹਿਬ ਆਪਣੇ ਫਿਜ਼ੀਓਥੈਰੇਪਿਸਟ ਕਾਇਰੋਪ੍ਰੈਕਟਰ ਆਪਣੇ ਮਸਾਜ ਥੈਰੇਪਿਸਟ ਮਤਲਬ ਆਪਣੇ ਜਿਹੜੇ ਬੱਚੇ ਹੈਗੇ ਆ ਸਾਰੀ ਕਮਿਊਨਿਟੀ ਦੇ ਆਈ ਐਮ ਨਾਟ ਟਾਕਿੰਗ ਵਿਦ ਸਾਊਥ ਏਸ਼ੀਅਨ ਬਟ ਇਨ ਜਨਰਲ ਮਤਲਬ ਅਮਰੀਕਾ ਜਾ ਰਹੇ ਜਾਂ ਬਾਹਰਲੇ ਮੁਲਕਾਂ 'ਚ ਪੜ੍ਹਨ ਜਾ ਰਹੇ ਪਰ ਜਦੋਂ ਮੁੜ ਕੇ ਦੇ ਸ਼ੁੱਡ ਹੈਵ ਅ ਵੈਲਕਮਿੰਗ এনवायरमेंट ਹੇਅਰ ਯੂ ਆਰ 100% ਰਾਈਟ ਸਾਨੂੰ ਤੇ ਲਾਇਰ ਬਾਰੇ ਤਾਂ ਮੈਂ ਕਹਿ ਸਕਦਾ ਮੇਰੀ ਬੇਟੀ ਵੀ ਬਾਹਰੋਂ ਕਰਕੇ ਆਈ ਸੀ ਲਾਅ ਤੇ ਹੁਣ ਪ੍ਰੈਕਟਿਸ ਆਪਣੀ ਕਰਦੀ ਪਈ ਹੈ ਪਰ ਉਹਨੂੰ ਪ੍ਰੋਸੈਸ ਦੇ ਵਿੱਚ ਜਾਣਾ ਪੈਣਾ ਪ੍ਰੋਸੈਸ ਦਾ ਜਿਹੜਾ ਨਾ ਇਜ਼ ਨਾਟ ਅ ਪ੍ਰੋਬਲਮ ਕ੍ਰੈਡੈਂਸ਼ੀਅਲਸ ਦਾ ਕੰਮ ਜਿਹੜਾ ਨਾ ਇਫ ਯੂ ਆਰ ਕੈਪੇਬਲ ਤੁਸੀਂ ਪੜ੍ਹ ਕੇ ਆਏ ਹੋ ਤੁਹਾਡੇ ਵਾਸਤੇ ਐਗਜ਼ਾਮ ਪਾਸ ਕਰਨਾ ਨਹੀਂ ਮੁਸ਼ਕਲ ਹੈਗਾ ਐਗਜ਼ਾਮ ਪਾਸ ਕਰਕੇ ਘਰ ਬਹਿਣਾ ਉਹ ਮੁਸ਼ਕਲ ਹੈ ਲੋਕਾਂ ਨੂੰ ਸੋ ਡਾਕਟਰ ਸਾਹਿਬ ਆਪਣੇ ਕੋਲ 5 ਮਿੰਟ ਦਾ ਟਾਈਮ ਹੈਗਾ ਯੂ ਆਰ ਵੈਰੀ ਰਾਈਟ ਸੌਰੀ ਟੂ ਇੰਟਰਪਟ ਯੂ ਅਗੇਨ ਮਤਲਬ ਜਿਹੜਾ ਹੈਗਾ ਆਪਣੇ ਬੱਚੇ ਜਿਹੜੇ ਬ੍ਰਾਈਟ ਹੈ ਜਿਹੜੇ ਪੜ੍ਹ ਗਏ ਦੇ ਡੋਂਟ ਮਾਈਂਡ ਦ ਪ੍ਰੋਸੈਸ ਐਂਡ ਜਿਹੜੇ ਇੱਥੇ ਕ੍ਰੈਡੈਂਸ਼ੀਅਲਸ ਹੈ ਬਿਕਾਜ਼ ਵੀ ਡੋਂਟ ਵਾਂਟ ਟੂ ਡ੍ਰੌਪ ਆਵਰ ਕੈਨੇਡੀਅਨ ਸਟੈਂਡਰਡਸ ਆਪਾਂ ਜਿਹੜਾ ਸਟੈਂਡਰਡ ਡ੍ਰੌਪ ਨਹੀਂ ਕਰਨਾ ਪਰ ਆਪਾਂ ਨੂੰ ਪ੍ਰੋਸੈਸ ਬਣਾਉਣੀ ਪੈਣੀ ਹੈ ਦੇਖੋ ਸਟੈਂਡਰਡ ਦੀ ਤੇ ਗੱਲ ਤੁਸੀਂ ਇਹ ਤੇ ਆਪਾਂ ਗੱਲ ਨਹੀਂ ਕਰ ਸਕਦੇ ਜਦੋਂ ਜਿਹੜੇ ਮੈਡੀਕਲ ਸਕੂਲਸ ਨੇ ਉਹ ਜਿਹੜੀਆਂ ਵਰਲਡ ਮੈਡੀਕਲ ਕਾਉਂਸਲ ਤੋਂ ਰੈਕੋਗਨਾਈਜ਼ ਸਕੂਲਸ ਨੇ ਤੁਸੀਂ ਐਗਜ਼ਾਮ ਪਾਸ ਕਰਕੇ ਆਉਂਦੇ ਹੋ ਤੁਸੀਂ ਉਹ ਤੁਹਾਨੂੰ ਐਡਮਿਟ ਹੀ ਤਾਂ ਉਹਨਾਂ ਐਗਜ਼ਾਮ ਦੇ ਵਿੱਚ ਕਰਨਾ ਇਫ ਯੂ ਆਰ ਪਾਰਟ ਆਫ ਅ ਸਕੂਲ ਸਿਸਟਮ ਵਿਚ ਇਜ਼ ਰੈਕੋਗਨਾਈਜ਼ਡ ਆਲ ਅਰਾਊਂਡ ਦਾ ਵਰਲਡ ਉਹਦੇ ਵਿੱਚ ਇਸ਼ੂ ਨਹੀਂ ਹੈਗਾ ਪਾਸ ਹੀ ਤੁਸੀਂ ਤਾਂ ਹੋਣਾ ਇਫ ਯੂ ਆਰ ਕੈਪੇਬਲ ਤੁਸੀਂ ਆਪਣਾ ਟਾਈਮ ਕੀਤਾ ਸੋ ਉਹ ਨਹੀਂ ਇਸ਼ੂ ਹੈਗਾ ਵੀ ਜਿਹੜੇ ਬੰਦੇ ਪਾਸ ਆਏ ਨੇ ਉਹਨਾਂ ਨੂੰ ਅਕੋਮੋਡੇਟ ਕਰੋ ਸ਼ਾਰਟ ਟਾਈਮ ਹੈਗਾ ਹੁਣ ਇਸ ਟਾਈਮ ਦੇ ਵਿੱਚ ਕ੍ਰਾਈਸਿਸ ਵਿੱਚ ਜੇ ਤੁਸੀਂ ਇਹਨੂੰ ਸਿਸਟਮ ਨੂੰ 2 ਸਾਲਾਂ ਵਿੱਚ ਠੀਕ ਕਰਨਾ ਤੇ ਹੰਡਰਡਸ ਆਫ ਗ੍ਰੈਜੂਏਟਸ ਨੇ ਉਹਨਾਂ ਦੀ ਕਰੋ ਹੈਲਪ ਤੇ ਉਹਦੇ ਵਿੱਚ ਜਿਹੜਾ ਨਾ ਆਪਣਾ ਕੰਮ ਠੀਕ ਰਹੇਗਾ ਥੈਂਕ ਯੂ ਡਾਕਟਰ ਸਾਹਿਬ ਮੇਰਾ ਲਾਸਟ ਕੁਐਸਚਨ ਹੈਗਾ ਆ ਓਮਿਕਰੋਨ ਬਾਰੇ ਬਿਕਾਜ਼ ਜੇ ਮਤਲਬ ਮੈਡੀਕਲ ਪ੍ਰੋਫੈਸ਼ਨਲ ਲਾਈਕ ਯੂ ਆਰ ਅ ਫਿਜ਼ੀਸ਼ੀਅਨ ਐਂਡ ਜੇ ਨਾ ਪੁੱਛੀਏ ਤਾਂ ਆਪਣਾ ਜਿਹੜੀ ਗੱਲਬਾਤ ਕੰਪਲੀਟ ਨਹੀਂ ਹੁੰਦੀ ਹੁਣ ਜਿਹੜੀ ਗੱਲਬਾਤ ਚੱਲ ਰਹੀ ਜਿਵੇਂ ਇੰਗਲੈਂਡ ਨੇ ਪ੍ਰੀਟੀ ਮੱਚ ਦੇ ਸਾਡੇ ਦੇਅਰ ਓਪਨਿੰਗ ਇਟ Ontario opening up as well. ਉਹ ਕਹਿੰਦੇ ਵੀ ਓਮਿਕਰੋਨ ਇੱਥੇ ਪੁਆਇੰਟ 'ਚ ਪਹੁੰਚ ਗਿਆ ਐਂਡ ਈਵਨ ਅ ਚੀਫ ਮੈਡੀਕਲ ਹੈਲਥ ਆਫਿਸਰ ਆਫ ਕੈਨੇਡਾ Dr. Tam mentioned today. A lot of our reporters try to ask, but she said, well, we have to take a cautious report. ਪਰ ਕਹਿੰਦੇ ਵੀ April May ਤੱਕ possibility ਹੈ ਵੀ ਜੇ ਇੰਨਾ ਕਿ ਇਹ ਆਮ ਬੰਦੇ ਨੂੰ ਹੋ ਜਾਣਾ ਇਟ ਵਿਲ ਬੀ ਟ੍ਰੀਟਡ ਲਾਈਕ ਅ ਫਲੂ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਦੇਖੋ ਇਹ ਆਪਾਂ ਪਿਛਲੇ 2 ਸਾਲਾਂ ਤੋਂ ਸੇਮ ਇਸ਼ੂ ਚੱਲਦਾ ਰਿਹਾ ਜਿਹੜੀ ਇਹਦੀ ਕੋਵਿਡ-19 ਦੀ ਕਹਾਣੀ ਬਦਲਦੀ ਪਈ ਹੈ ਸੋ ਇਹਦੀ ਕਹਾਣੀ ਜਿਹੜੀ ਹੈ ਨਾ ਇਹ ਮੈਨੂੰ ਜਾਪਦਾ ਵੀ ਅਗਲੇ 6 ਮਹੀਨਿਆਂ 'ਚ ਵੀ ਬਦਲਣੀ ਹੈ ਉਹਦੇ ਵਿੱਚ ਉਹ ਜਿਹੜੀ ਇਹਦੀ ਕਹਾਣੀ ਉਹਦੇ ਵਿੱਚੋਂ ਹੋ ਸਕਦਾ ਵੀ ਇਹ ਗੱਲਾਂ ਠੀਕ ਹੋਣ ਹੋ ਸਕਦਾ ਨਾ ਠੀਕ ਹੋਣ
ਆਪਣੇ ਜੋ ਹੱਥ ਦੇ ਵਿੱਚ ਉਹ ਸਾਨੂੰ ਕਰਨਾ ਚਾਹੀਦਾ ਉਹ ਹੈਗਾ ਵੈਕਸੀਨੇਸ਼ਨ। Vaccination, ਜਿਨ੍ਹਾਂ ਨਹੀਂ ਲਵਾਈ ਡੋਜ਼ ਪਹਿਲੀ ਲਵਾਓ, ਜਿਨ੍ਹਾਂ ਪਹਿਲੀ ਲਵਾਈ ਸੈਕਿੰਡ ਜਾਂ ਥਰਡ ਲਵਾਓ, ਆਪਣਾ ਡਿਸਟੈਂਸ ਮੇਨਟੇਨ ਕਰੋ, ਪ੍ਰੀਕਾਸ਼ਨਸ ਲਓ ਸਾਰੀਆਂ। ਜਿਹੜੀ ਸਪੈਕੂਲੇਸ਼ਨ ਹੈ ਨਾ ਉਹਦੇ ਵਿੱਚ ਆਪਾਂ ਨਾ ਪਈਏ। ਜਿਹੜੇ ਪ੍ਰੋਫੈਸ਼ਨਲਸ ਨੇ ਉਹ ਕਰਦੇ ਪਏ ਨੇ ਹੈਲਥ ਜਿਹੜੇ ਨੇ ਲੀਡਰਸ ਨੂੰ ਗਾਈਡ, ਲੀਡਰਸ ਉਹਨਾਂ ਨੂੰ ਫਾਲੋ ਕਰਦੇ ਪਏ ਨੇ। ਜਿਹੜੇ ਜਗ੍ਹਾ ਤੇ ਲੀਡਰਸ ਨੇ ਹੈਲਥ ਕੇਅਰ ਪ੍ਰੋਫੈਸ਼ਨ ਨੂੰ ਫਾਲੋ ਕੀਤਾ ਉਹ ਕਾਮਯਾਬ ਨੇ, ਜਿਹੜੇ ਕੰਟਰੀ ਵਿੱਚ ਨਹੀਂ ਕੀਤਾ ਉਹ ਫੇਲ ਨੇ। ਕੈਨੇਡਾ ਵਿੱਚ ਲੀਡਰਸ਼ਿਪ ਫੈਡਰਲੀ ਵੀ ਫਾਲੋ ਕੀਤਾ, ਪ੍ਰੋਵਿੰਸ ਨੇ ਵੀ ਫਾਲੋ ਕੀਤਾ। ਇੱਕ ਗ੍ਰੇਟ ਐਗਜ਼ਾਮਪਲ ਹੈ ਵੀ ਤੁਸੀਂ ਮਿਲੀਅਨਸ ਆਫ ਲੋਕਾਂ ਨੂੰ ਆਲਰੇਡੀ ਵੈਕਸੀਨੇਸ਼ਨ ਸੈਕਿੰਡ ਜਾਂ ਥਰਡ ਡੋਜ਼ ਹੈ। ਪਰ ਮੈਂ ਆਈ ਥਿੰਕ ਲਾਸਟ ਵਿੱਚ ਮੈਂ ਜ਼ਰੂਰ ਇਹ ਗੱਲ ਕਹਾਂਗਾ, ਜਿੰਨੀ ਦੇਰ ਤੱਕ ਜਿਹੜੇ ਪੂਅਰ ਕੰਟਰੀਜ਼ ਨੇ ਜੇ ਉਹਨਾਂ ਵਿੱਚ ਵੈਕਸੀਨੇਸ਼ਨ ਦਾ ਰੇਟ 40 ਜਾਂ 50% ਨਹੀਂ ਪਹੁੰਚਦਾ ਮਿਡਲ ਆਫ ਦਿਸ ਈਅਰ, ਉਨੀ ਦੇਰ ਤੱਕ ਗੱਲ ਨਹੀਂ ਬਣਨੀ। ਕਿਉਂਕਿ ਪੀਪਲ ਟਰੈਵਲ, ਕਿ ਤੁਸੀਂ ਆਈਸੋਲੇਸ਼ਨ 'ਚ ਨਹੀਂ ਰਹਿ ਸਕਦੇ। ਐਗਜ਼ਾਮਪਲ ਸੀ ਕਿ ਜਿਹੜਾ ਓਮੀਕਰੋਨ ਹੈ ਕਿੱਥੋਂ ਆਇਆ, ਉਹਦੇ ਬਾਰੇ ਪਤਾ ਹੈ ਸਾਰਿਆਂ ਨੂੰ ਕਿੱਥੋਂ ਆਇਆ, ਕਿਉਂਕਿ ਜਿਹੜਾ ਉੱਥੇ ਉਸ ਤਰੀਕੇ ਦੇ ਨਾਲ ਸ਼ੁਰੂ ਵਿੱਚ ਇਹਦੇ ਬਾਰੇ ਪੂਰੀ ਗੱਲ ਨਹੀਂ ਸੀ, ਫਿਰ ਪਤਾ ਲੱਗੀ, ਫਿਰ ਦੈਨ ਇਹ ਬਹੁਤ ਜ਼ਿਆਦਾ ਫੈਲ ਗਿਆ। ਪਰ ਅਲਟੀਮੇਟਲੀ ਲਾਸਟ ਈਅਰ ਸੀ ਆਪਾਂ ਕਹਿ ਰਹੇ 2 ਵੈਕਸੀਨੇਸ਼ਨ, ਫਿਰ ਹੋ ਗਏ 3, ਫਿਰ ਹੋ ਗਏ ਚੌਥੀ ਡੋਜ਼ ਦੀ ਵੀ ਗੱਲ ਹੋ ਰਹੀ ਹੈ। ਪਰ ਜਿਹੜੀ ਓਵਰਆਲ ਜਿਹੜੀ ਇਮਿਊਨਿਟੀ ਹੈ ਨਾ, ਇਹ ਗੱਲ ਤੇ ਕਹਿ ਸਕਦੇ ਆਪਾਂ ਕਿ ਜਦੋਂ ਕਾਫੀ ਲੋਕ ਬਿਮਾਰ ਹੋਣਗੇ ਵਨ ਵੇ ਔਰ ਦੀ ਅਦਰ, they call it herd immunity, ਜਾਂ ਤੇ ਨਾਲ ਉਹਨਾਂ ਦੇ ਜਿਹੜੀ ਤੁਸੀਂ ਆਪ ਵੈਕਸੀਨੇਸ਼ਨ ਲਾਈ ਹੈ, ਸੋ ਜਿਹੜਾ ਕੰਬੀਨੇਸ਼ਨ ਮੇ ਬੀ ਇਟ ਵਿਲ ਵਰਕ, ਬਟ ਆਈ ਥਿੰਕ ਵੀ ਨੀਡ ਟੂ ਥੋੜ੍ਹਾ ਜਿਹਾ ਆਪਾਂ ਨੂੰ ਵਾਚ ਕਰਨਾ ਪੈਣਾ, ਕਿਉਂਕਿ ਗੱਲ ਉਹ ਕਰੀਏ ਜਿਹੜੀ ਕਿ 100% ਠੀਕ ਹੋਣੀ ਹੈ। 100%. Thank you, Dr. Chima. Always appreciate that. Thode busy schedule de vich you're a physician. You basically should be retired by now, but because of the big demand, you're serving community at the same time you're practicing and helping us. To our viewers to understand what's going on. So ਇਹ ਸੀ ਖਾਸ ਮੁਲਾਕਾਤ ਡਾਕਟਰ ਗੁਲਜ਼ਾਰ ਚੀਮਾ ਨਾਲ। ਇਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਖਾਸ ਅੱਜ ਮੁੱਦਾ ਸੀਗਾ, ਜਿਹੜੀ ਡਾਕਟਰ ਦੀ ਸ਼ੋਰਟੇਜ ਹੈ, ਉਸ ਦੇ ਬਾਰੇ ਇਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਲਈ ਇਹਨਾਂ ਕੋਲ ਬਹੁਤ ਸੁਖਾਲਾ ਪਲਾਨ ਹੈਗਾ, ਜਿਹੜਾ ਕਿ ਉਹਨਾਂ ਨੂੰ ਪਤਾ ਹੈ ਕਿ ਇਹ ਕਹਿੰਦੇ ਆ ਕਿ ਸਾਰਿਆਂ ਨੂੰ ਇਸ ਪਲਾਨ ਬਾਰੇ ਪਤਾ ਹੈ, ਪਰ ਪ੍ਰੋਵਿੰਸ਼ੀਅਲ ਗਵਰਨਮੈਂਟ ਲਈ ਇਹ ਕਹਿੰਦੇ ਇਹ ਗੋਲਡਨ ਅਪਰਚੂਨਿਟੀ ਹੈ ਕਿ ਇਹਨੂੰ ਅਵੇਲ ਕਰਨ। ਇਹਨਾਂ ਨੇ ਬਾਕੀ ਪੋਲੀਟੀਸ਼ੀਅਨਾਂ ਨਾਲ ਵੀ ਗੱਲਬਾਤ ਕੀਤੀ ਹੈ ਕਿ ਜਿਹੜੇ ਆਲਰੇਡੀ ਫੋਰਨ ਆਪਣੇ ਡਾਕਟਰ ਟ੍ਰੇਨਡ ਹੋ ਕੇ ਇੱਥੇ ਵਿਹਲੇ ਬੈਠੇ ਆ ਘਰਾਂ ਦੇ ਵਿੱਚ, ਜਿਨ੍ਹਾਂ ਦੇ ਪਰਿਵਾਰਾਂ ਨੇ $500,000 ਤੋਂ ਉੱਤੇ ਖਰਚਾ ਕਰਕੇ ਉਹਨਾਂ ਨੂੰ ਦਿੱਤਾ ਆ ਐਂਡ ਦੇ ਆਰ ਪ੍ਰੋਫੈਸ਼ਨਲੀ ਟ੍ਰੇਨਡ, ਉਹਨਾਂ ਦਾ ਜਿਹੜਾ ਪ੍ਰੋਸੈਸ ਬਣਾ ਕੇ ਉਹਨਾਂ ਨੂੰ ਅਕਮੋਡੇਟ ਕੀਤਾ ਜਾਵੇ ਤਾਂ ਕਿ ਡਾਕਟਰ ਦੀ ਸ਼ਾਰਟੇਜ ਜਾਂ ਨਰਸਿਸ ਦੀ ਬਾਕੀ ਪ੍ਰੋਫੈਸ਼ਨਲ ਦੀ ਸ਼ਾਰਟੇਜ ਘੱਟ ਹੋ ਸਕੇ। ਇਸੇ ਹੀ ਤਰ੍ਹਾਂ ਕੋਈ ਵੀ ਕਮਿਊਨਿਟੀ ਦਾ ਜਿਹੜਾ ਮੁੱਦਾ ਆ ਉਹਨੂੰ ਖਾਸ ਮੁਲਾਕਾਤ ਦੇ ਅੰਦਰ ਤੁਹਾਡੇ ਰੂਬਰੂ ਕਰਾਵਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ, ਰੱਬ ਰਾਖਾ।